हर वर्ण जात हर पात निहिन जहे, रूप रंग हर रेख पेख, को कह न सकत के। जल मूरत अनपव प्रकाश, मित्तोज कहि जय। कोट इंद्रेंद्रान, साहे साहण गिण जय। त्रिपवन महीप सुर नर असुर, नेत नेत बन तिरन कहत। त्वै सर्वनाम कथय कवन, कर्म नाम वर्णत सुमत। अस कृपान खंडो खड़ग, चौक तवरि हरती। सैफ सरोही सहती, यह हमारा पीर। तीर्थ ही सची तुही तवर तरवार। नाम तिहारो जो जपै, पै सिंध पव पार। काल तुही काली तुही तेगी आरती। तुही निशानी जीत की, आज तुही जगबीर। खड्ग केत मैं शरण तिहारी, आप हाथ दे लिहु उभारी। सर्व ठौर मोह सहाई, दुष्ट दोख ते लिहु बचाई। नमस्कार श्री खड्ग को, करो सहित चित लाय। पूर्ण करो ग्रंथ है, तुम मोह करो सहाय। मूक उचरै शास्त्र खट, पिंग गिरन चढ़ जाय। अंध लखै बदरु सुनै, जो काल कृपा कराय। कहाँ बुध प्रभ तुष्य हमारी, बर न सकै महिमा जो तिहारी। हम न सकत करो सिफत तुम्हारी, आप लिहो तुम कथा सुधारी। हम न सकत करो सिफत तुम्हारी, आप लिहो तुम कथा सुधारी। ਵਾਹਿਗੁਰੂ ਸਾਹਿਬ ਜੀਓ। ਹਰ ਗੀਤਾ ਛੰਦ, ਸਭ ਦਰੋਨ ਗਿਰਵਰ ਸਿਖਰ ਤਰ ਨਰ। ਪਾਪ ਕਰਮ ਭਏ ਭਨੋ, ਉਠ ਭਾਜ ਧਰਮ ਸਭਰਮ ਹੋਐ। ਚਮਕੰਤ ਦਾਮਨ ਸੋ ਮਨੋ, ਕਿਦੋ ਸੂਦਰ ਸੁਭਟ ਸਮਾਜ ਸੰਜੁਤ। ਜੀਤ ਹੈ ਬਸੁਦਾ ਥਲੀ, ਕਿਦੋ ਅਤਰ ਛਤਰ ਤਜੇ ਭਜੇ। ਔਰ ਕਿਰਿਆ ਚੱਲੀ। ਹਰ ਗੀਤਾ ਛੰਦ,
ਸਭ ਦ੍ਰੋਨ ਗਿਰਵਰ ਸਿਖਰ ਤਾਰ ਨਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਨੂੰ ਨਾ ਹਲਾਇਆ ਕਰੇ ਭਲਾ ਉਹਦਾ ਹੁਣ ਘੱਟ ਕਰਕੇ ਆਇਆ ਤੂੰ ਪਰ ਹੱਥ ਨਹੀਂ ਰਹਿੰਦੇ ਤੇਰੇ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਹੇ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਕਾਸ਼ ਸੇਵਾ ਦੇ ਉਪਰੰਤ ਗ੍ਰੰਥੀ ਸਾਹਿਬਾਨ ਦੇ ਰਸਨਾ ਰਾਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ। ਉਪਰੰਤ CD ਰਾਹੀਂ ਕੀਰਤਨ ਹੋ ਰਿਹਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ। ਇਸ ਬਾਣੀ ਰਾਹੀਂ ਆਪ ਜੀ ਨੇ ਕਲਯੁਗ ਦੇ ਕੋਸਤਨੇ ਵਿਖੇ ਜਿਹੜਾ ਕੋਈ ਵਿਸ਼ਨੂੰ ਦਾ ਕਲਕੀ ਅਵਤਾਰ ਨਾਮ ਦਾ ਅਵਤਾਰ ਹੋਣਾ ਹੈ, ਜਿਹਦੇ ਸੰਬੰਧ ਵਿੱਚ ਵਿਆਸ ਜੀ ਨੇ ਭਗਤ ਪੁਰਾਣ ਦੇ ਵਿੱਚ ਬਹੁਤ ਕੁਝ ਲਿਖਿਆ ਹੈ। ਉਸ ਤੋਂ ਵੀ ਵੱਧ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਰਾਹੀਂ ਉਹਨੂੰ ਖੋਲ ਖੋਲ ਕੇ ਬਿਆਨ ਕਰ ਦਿੱਤਾ ਹੈ। ਉਹ ਆਪਾਂ ਕਈ ਰੋਜ਼ ਤੋਂ ਹੀ ਸਾਰਾ ਪ੍ਰਸੰਗ ਪ੍ਰਾਰੰਭ ਕੀਤਾ ਹੋਇਆ ਹੈ। ਕੱਲ੍ਹ ਦੇ ਦੀਵਾਨ ਦੇ ਵਿੱਚ 104 ਪੌੜੀਆਂ ਆਪਾਂ ਇਹ ਪੂਰੀਆਂ ਕਰ ਲਈਆਂ ਸਨ। ਅਜੇ ਅਗਲੀਆਂ ਪੌੜੀਆਂ ਦੀ ਪ੍ਰਾਰੰਭਤਾ ਕਰ ਰਹੇ ਹਾਂ। ਇਹ ਜਿਹੜੀਆਂ ਪੌੜੀਆਂ ਆਪ ਜੀ ਨੇ ਹਰਗੀਤਾ ਛੰਦ ਵਿੱਚ ਉਚਾਰਨ ਕੀਤੀਆਂ, ਇਹ ਕਲਕੀ ਅਵਤਾਰ ਦੇ ਸੰਬੰਧ ਵਿੱਚ ਆਪ ਜੀ ਨੇ ਬੇਅੰਤੀ ਜਿਹੜੇ ਛੰਦ ਰੱਖੇ ਨੇ। ਕਿਤੇ ਮਰਹਰੀ ਮਹਾਰਾਜ ਛੰਦ ਹੈ, ਕਿਤੇ ਕਿਲਕਾ ਛੰਦ ਹੈ, ਕਿਤੇ ਦਰਬੰਗੀ ਛੰਦ ਹੈ, ਕਿਤੇ ਗੀਤਾ ਛੰਦ ਹੈ, ਕਿਤੇ ਮਧਪਾਲ ਛੰਦ ਹੈ। ਯਾਨੀ ਇਸ ਕਲਕੀ ਅਵਤਾਰ ਵਿੱਚ ਆਪ ਜੀ ਨੇ ਬੱਧ ਛੰਦਾਂ ਦੀ ਵਰਤੋਂ ਕੀਤੀ ਹੈ। ਉਹ ਤਰ੍ਹਾਂ ਤਰ੍ਹਾਂ ਦੇ ਛੰਦਾਂ ਵਿੱਚ ਹੀ ਆਪ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ, ਜਿਹਦੇ ਵਿੱਚ ਕਲਯੁਗ ਦੇ ਭਿਆਨਕ ਸਮੇਂ ਦਾ ਵਿਸਥਾਰ ਨਾਲ ਹਾਲ ਹੈ। ਉਹ ਜਿਵੇਂ ਅੱਜ ਵੀ ਇਹ ਘੋਰ ਕਲਯੁਗ ਦੇ ਸਮੇਂ ਦਾ ਬਿਆਨ ਕਰ ਰਹੇ ਆਪ ਜੀ, ਉਹ ਜਿਵੇਂ ਵੀ ਇਹ ਪ੍ਰਸੰਗ ਆ ਰਿਹਾ ਹੈ ਇਸ ਛੰਦ ਵਿੱਚ ਆਪਾਂ ਬੜੇ ਪ੍ਰੇਮ ਪਿਆਰ ਨਾਲ ਸੁਣੀਏ ਜੀ। ਸਭ ਦ੍ਰੋਨ ਗਿਰਵਰ ਸਿਖਰ ਤਾਰ ਨਰ। ਮਹਾਰਾਜ ਕਹਿੰਦੇ ਖਾਲਸਾ ਜੀ, ਜਦੋਂ ਭਿਆਨਕ ਕਲਯੁਗ ਦਾ ਸਮਾਂ ਆ ਗਿਆ, ਬਹੁਤਾ ਘੋਰ ਕਲੂ ਆ ਗਿਆ, ਉਸ ਵੇਲੇ ਕਲਯੁਗੀ ਲੋਕਾਂ ਦਾ ਬੁਰਾ ਹਾਲ ਹੋ ਜਾਊਗਾ। ਸਭ ਦ੍ਰੋਣ ਗਿਰਵਰ ਸਿਖਰ ਤਾਰ ਨਰ। ਔਰ ਜਿਹੜਾ ਦ੍ਰੋਣ ਪਰਬਤ ਹੈ, ਇਹ ਪਹਾੜਾਂ ਦੇ ਨਾਂ ਹੈ। ਕਿਸੇ ਦਾ ਨਾਂ ਸਮੇਰ ਪਰਬਤ ਹੈ, ਕਿਸੇ ਦਾ ਨਾਂ ਹਿਮਾਲਯ ਪਹਾੜ ਹੈ, ਕਿਸੇ ਪਹਾੜ ਦਾ ਨਾਮ ਹੇਮਕੁੰਟ ਹੈ, ਕਿਸੇ ਦਾ ਨਾਂ ਊਨਾ ਪਹਾੜ ਹੈ। ਉਹ ਸਰਬਤਾਰ ਪਹਾੜ। ਭਾਈ ਬਾਲਾ ਵਾਲੀ ਜਨਮ ਸਾਖੀ ਪੜ੍ਹ ਲਓ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੱਚਖੰਡ ਨੂੰ ਜਾ ਰਹੇ ਨੇ, ਰਸਤੇ ਵਿੱਚ ਕਿਹੜੇ ਕਿਹੜੇ ਪਹਾੜ ਆਏ, ਬੇਅੰਤੀ ਨਾਂ ਉਹਨਾਂ ਦੇ।
ਤੇ ਮਰਦਾਨਾ ਫਿਰ ਉਹਨਾਂ ਦੇ ਸੰਬੰਧੀ ਵਾਕ ਵਿੱਚ ਵੀ ਮੰਗਦਾ ਵੀ ਇਹ ਪਹਾੜ ਦਾ ਕੀ ਨਾਂ ਹੈ, ਕਿੱਥੇ ਆ ਗਏ ਜੀ ਆਪਾਂ, ਇੱਥੇ ਕੌਣ ਕੌਣ ਰਹਿੰਦੇ ਹੈ। ਇਹ ਗੁਰੂ ਮਹਾਰਾਜ ਮਰਦਾਨੇ ਦੇ ਕਹਿਣ ਕਰਕੇ ਉਸ ਸੰਬੰਧੀ ਵਾਕ ਵਿੱਚ ਵੀ ਦਾਈ ਦੇਈ ਜਾਂਦੇ। ਇੱਕ ਪਹਾੜ ਹੈ ਵੀ ਐਸਾ ਵੀ ਆਇਆ ਜਿੱਥੇ ਅੰਮ੍ਰਿਤ ਹੀ ਅੰਮ੍ਰਿਤ ਹੈ। ਜੇ ਮਰਦਾਨੇ ਨੇ ਕਿਹਾ ਕਿ ਮਹਾਰਾਜ ਕੀ, ਕਹਿੰਦੇ ਜੀ ਅੰਮ੍ਰਿਤ ਹੈ। ਜੇ ਮਹਾਰਾਜ ਕੀ ਇੱਥੇ ਛਕਣ ਛਕਾਉਣ ਵਾਲਾ ਤਾਂ ਪੀਣ ਵਾਲਾ ਤਾਂ ਦੀਦਾ ਨਹੀਂ ਹੈ। ਜਿੱਥੇ ਲੋੜ ਹੈ ਅੰਮ੍ਰਿਤ ਉੱਥੇ ਪਰਮੇਸ਼ਰ ਪੈਦਾ ਕਰਦਾ। ਮਹਾਰਾਜ ਕਹਿੰਦੇ ਵੀ ਇੱਥੇ ਵੀ ਅੰਮ੍ਰਿਤ ਪੀਣ ਵਾਲੇ ਹੈਗੇ ਹੈ, ਜਿਹੜੇ ਪਹਾੜਾਂ 'ਚ ਉਹ ਪਰਮੇਸ਼ਰ ਦੀ ਬੰਦਗੀ ਕਰਦੇ ਹੈ। ਉਹਨਾਂ ਦਾ ਇਹ ਜਿਹੜਾ ਭੋਜਨ ਹੈ ਇਹ ਅੰਮ੍ਰਿਤ ਹੀ ਹੈ, ਇਹਦੇ ਨਾਲ ਹੀ ਉਹ ਤ੍ਰਿਪਤ ਰਹਿੰਦੇ ਹੈ। ਇਹ ਵੀ ਮਰਦਾਨੇ ਐਸੀ ਤਾਂ ਵਸਤੂ ਕੋਈ ਪਰਮੇਸ਼ਰ ਨੇ ਪੈਦਾ ਨਹੀਂ ਕੀਤੀ ਵੀ ਜਿਹੜੀ ਨਿਸ਼ਫਲ ਹੋਵੇ, ਵੀ ਜੇ ਕਿਸੇ ਦੇ ਕੰਮ ਹੀ ਨਾ ਆਏ। ਨਹੀਂ, ਜਿਹੜੇ ਉਹ ਜੱਫੀ ਸਫੀਆ ਬੰਦਗੀ ਵਾਲੇ ਹੈ ਉਹ ਇਸ ਦੇ ਅੰਮ੍ਰਿਤ ਦੇ ਆਸਰੇ ਆਪਣਾ ਜੀਵਨ ਬਸਰ ਕਰ ਰਹੇ ਨੇ, ਤ੍ਰਿਪਤ ਹੋ ਰਹੇ ਨੇ। ਫਿਰ ਅੰਮ੍ਰਿਤ ਪੀਣ ਵਾਲਿਆਂ ਦੇ ਮਹਾਰਾਜ ਨੇ ਦਰਸ਼ਨ ਵੀ ਕਰਾਏ ਸੀ ਉਸ ਮਰਦਾਨੇ ਨੂੰ, ਜਿੱਥੇ ਮਰਦਾਨੇ ਨੇ ਵੀ ਜਾਚਨਾ ਕੀਤੀ ਸੀ ਕਿ ਮਹਾਰਾਜ ਤੁਹਾਨੂੰ ਤਾਂ ਭੁੱਖ ਤੇ ਨਹੀਂ ਲੱਗਦੀ, ਮੈਨੂੰ ਤੰਗ ਕਰਦੀ ਹੈ ਤੇ ਮੇਰਾ ਇਹ ਤੋਂ ਖੜਾ ਛਡਾਓ। ਹੱਸ ਕੇ ਕਹਿਣ ਲੱਗੇ ਵੀ ਜੇ ਛਕ ਕੇ ਜਲ ਸਕੇਗਾ ਇਹਦੀ ਅੰਮ੍ਰਿਤ ਦੀ ਸ਼ਕਤੀ ਨੂੰ ਫਿਰ ਵੀ ਛਕ ਲਾ। ਫਿਰ ਹੱਥ ਜੋੜ ਕੇ ਕਹਿਣ ਲੱਗਿਆ ਮਹਾਰਾਜ ਕਿੰਨਾ ਚਿਰ ਤੁਹਾਡੇ ਨਾਲ ਰਹਿੰਦਿਆਂ ਹੋ ਗਿਆ, ਮਾੜਾ ਮੋਟਾ ਤਾਂ ਮੇਰੇ ਤੇ ਮਿਹਰ ਕਰ ਦਿਓ ਕਿ ਮੈਨੂੰ ਮਹਾਰਾਜ ਹੁਣ ਇਹ ਛਕ ਕੇ ਜਰਨ ਦੀ ਵੀ ਸ਼ਕਤੀ ਦਿਓ। ਫਿਰ ਮਹਾਰਾਜ ਨੇ ਕਿਹਾ ਵੀ ਚੰਗਾ ਛਕ ਲਾ, ਕਿਉਂਕਿ ਅੱਗੇ ਤੈਨੂੰ ਕੁਛ ਮਿਲਣਾ ਨਹੀਂ ਹੈ, ਅੱਗੇ ਸਭ ਕੁਛ ਐਸਾ ਹੀ ਹੈ। ਜਿੰਨੇ ਰਹਿ ਰਹੇ ਨਾਮ ਦੇ ਆਧਾਰ ਰਹਿ ਰਹੇ ਸਾਰੇ ਰਿਸ਼ੀ ਮੁਨੀ। ਉਹ ਜਦੋਂ ਅੰਮ੍ਰਿਤ ਛਕਿਆ ਸੀ ਮਰਦਾਨੇ ਨੇ, ਉਹ ਜਨਮ ਸਾਖੀ ਵਿੱਚ ਲਿਖਿਆ ਵੀ ਉਦੋਂ ਹੀ ਜਿਹੜੀ ਸਮਾਧੀ ਲੱਗ ਗਈ ਸੀ, ਪੈਰ ਤੋਂ ਬਰ ਸਮਾਏ ਬਸ ਐਨ ਸ਼ਾਂਤ ਰਿਹਾ ਸੀ। ਇਸ ਤਰ੍ਹਾਂ ਅੰਮ੍ਰਿਤ ਕੁੰਟ ਵੀ ਹੈਗੇ ਸੀ, ਅੰਮ੍ਰਿਤ ਦਾ ਹੀ ਉਹ ਚਸ਼ਮਾ ਹੈ, ਸਲਾਬ ਹੈ, ਉਹ ਪਹਾੜ ਵੀ ਹੈ। ਇੱਕ ਇਹ ਦਰੋਣਾ ਪਰਬਤ ਹੈ, ਇਹ ਜਿਹੜਾ ਹਿਮਾਲਾ ਪਹਾੜ ਹੈ ਇਸ ਤੋਂ ਅੱਗੇ ਲੰਘ ਕੇ ਇੱਕ ਆਉਂਦਾ ਰਿਸ਼ਵ ਪਹਾੜ, ਇੱਕ ਆਉਂਦਾ ਕੈਲਾਸ਼ ਪਰਬਤ। ਇਹ ਰਿਸ਼ਵ ਪਰਬਤ ਤੇ ਕੈਲਾਸ਼ ਪਰਬਤ ਦੇ ਵਿਚਕਾਰ ਦਰੋਣਾ ਪਹਾੜ ਲਿਖਿਆ ਹੈ। ਇਸ ਪਹਾੜ ਦਾ ਨਾਂ ਸ਼ਾਸਤਰਾਂ ਵਿੱਚ ਵਾਲਮੀਕੀ ਰਾਮਾਇਣ ਵਿੱਚ ਸਰਵ ਔਖਦ ਪਹਾੜ ਵੀ ਆਉਂਦਾ ਹੈ। ਜਿੰਨੀਆਂ ਤਰ੍ਹਾਂ ਤਰ੍ਹਾਂ ਦੀਆਂ ਔਸ਼ਧੀਆਂ ਜੜੀਆਂ ਬੂਟੀਆਂ ਤਰ੍ਹਾਂ ਤਰ੍ਹਾਂ ਦੇ ਰੋਗਾਂ ਨੂੰ ਨਾਸ਼ ਕਰਨ ਵਾਲੀਆਂ, ਉਹ ਜ਼ਿਆਦਾਤਰ ਦਰੋਣ ਪਰਬਤ ਉੱਪਰ ਹੀ ਹੈ। ਜਿਵੇਂ ਹੇਮਕੁੰਡ ਨੂੰ ਜਾਈਏ ਰਸਤੇ ਵਿੱਚ ਫੂਲ ਘਾਟੀ ਆ ਜਾਂਦੀ ਹੈ, ਇਹ ਫੂਲ ਘਾਟੀ ਵੱਲ ਵੀ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਹੈਗੀਆਂ, ਦਵਾਈਆਂ ਔਸ਼ਧੀਆਂ ਹੈਗੀਆਂ। ਜਿਹੜੇ ਕੋਈ ਵੈਦ ਲੋਕ ਹੈ ਉਹ ਜ਼ਿਆਦਾਤਰ ਰਿਸ਼ੀਪੁਰ ਤੋਂ ਇੱਧਰ ਨੂੰ ਜਾਂਦੇ ਹੋਏ, ਜਿਨ੍ਹਾਂ ਨੂੰ ਕੋਈ ਸੂਝ ਬੂਝ ਹੈ, ਕਿਉਂਕਿ ਇੱਕ ਪੁਸਤਕ ਹੈ ਜਿਹਦਾ ਨਾਮ ਹੈ ਬੂਟੀ ਪ੍ਰਕਾਸ਼, ਉਹ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਬੂਟੀਆਂ ਉਹਦੇ ਵਿੱਚ ਚਾਨਣ ਹੈ, ਉਹਦੇ ਵਿੱਚ ਗਿਆਨ ਹੈ, ਉਹਦੇ ਨਕਸ਼ੇ ਦਿੱਤੇ ਹੋਏ ਬੂਟੀਆਂ ਦੇ। ਫਿਰ ਉਹਨਾਂ ਦੀਆਂ ਤਸਵੀਰਾਂ ਦੱਸੀਆਂ ਹੋਈਆਂ ਵੀ ਇਹ ਖੁਸ਼ਕ ਧਰਮ ਹੈ, ਨਿਰੀ ਖੁਸ਼ ਹੈ, ਗਰਮ ਧਰਮ ਹੈ, ਇਹ ਠੰਡੀਆਂ ਹਨ। ਤੇ ਫਿਰ ਉਹਨਾਂ ਦੇ ਵੀ ਇਹ
खटिया मिठिया जिहियां हन, ये फुकियां जिहियां मिठियां हन, दुध वालियां हन। ये किहड़े कुहड़े रोगां उपर खास खास के बुढ़ियां बूटियां कम करदियां, ਉਹਦੇ ਵਿੱਚ बहुत कुछ है। इसे तरह एक भाव प्रकाश ग्रंथ भी ਉਹਦੇ ਵਿੱਚ ਰੋਗਾਂ ਦੇ उत्पन्न होने के कारण लिखे है भी किहड़े किहड़ियां गलत चीज़ां खा के किहड़ा किहड़ा रोग पैदा हुंदा है। फिर जिन्हां कारणों तो कोई रोग पैदा हुंदा है वो भी खोल खोल के लिखे है। फिर वो जिहड़ा रोग पैदा हो गया भी ये किहड़ा हो गया, किहड़ी चीज़ खा के उसदे लक्षण लिखे है, चिन्ह लिखे है, निशानियां लिखियां हुई है। और जो कोई बैद के सामने कोई आता ना रोगी, तो होर उहदे कोले कोई थर्मामीटर तो नहीं हुंदा है। अजकल दियां मशीनां जिहियां हैगियां, इहदे विच तां कोई आउंदे ही नहीं रोग, वो कहते है नहीं ठीक है तूं। पर जिन्हां ने भाव प्रकाश पढ़िया है वो मनुख के चेहरे नूं, अखां तो, हत्थां दीयां उंगलियां तो देख दूख के ही, नब्ज नूं भी देख के झट रोग की पछाण कर लेणगे भी आह है बीमारी। उधर तो वो थर्मामीटर चाहे आए ना, इधर तो उन्होंने मनुख के रोगी के सामने होए उहदे लक्षण सामने दिस पैंदे आ भी आह है। और वो विचार यानी इस तरह ये जड़ियां बूटियां के जिहड़े कोई प्रभाव है वो ये ग्रंथां विच लिखे है कि वो कित्थों से आउंदियां, उन्हां दा ना ये लिखा भी ये खास करके जिहड़ियां 4 बूटियां ये द्रोण पर्वत पर है, होर नहीं किते। एक तो मृत संजीवनी बूटी है इसे पहाड़ उपर, जिहड़े मुरदे नूं जींदा कर दिंदी है। वे घोट के उहदे मूँह विच पा दिओ माड़ी जी, मरिया पिया जींदा हो जाऊगा। हुण तां असीं कहने हैं ना भी मरिया नहीं जींदा हो सकता है, पर परमेश्वर ने उहदे विच रखी हुई है ताकत। ये तो रखनी रब ने है ना। ये सवासां राही, हवा राही शक्ति रखी है। सवास आउंदे जांदे असीं जिउंदे जागदे हैं, ਜਦੋਂ फूक जी निकल जाती डिग पैने हैं। हवा ही है एक, ये हवा जी है बाहर भी वगदी है, अंदरली हवा की शक्ति है, ਉਹਦੇ ਨਾਲ ਅਸੀਂ ਜਿਉਂਦੇ। ਅੱਖਾਂ ਖੁੱਲਦੀਆਂ ਮਿਚਦੀਆਂ, ਸੁਣਦਾ ਦਿਸਦਾ ਸਾਨੂੰ ਹਵਾ ਨਾਲ ਹੀ। ਹਵਾ ਨਿਕਲ ਜੇ ਬਸ ਉਹਨੇ 4 ਜਣੇ ਚੱਕ ਲੈਂਦੇ ਸਾਨੂੰ। है वो भी पाउण, ਉਹਦੇ ਵਿੱਚ शक्ति रखी है परमेश्वर ने, ਜਿਹਨੂੰ ਅਸੀਂ सुवास कह ਦਿੰਦੇ हैं। ਉਹ ਫਿਰ ਅੱਡੋ ਅੱਡੀ ਕਿਰਿਆ ਕਰਦੀ है, ਕੋਈ ਅੱਖਾਂ ਖੋਲ੍ਹਣ ਮਿਚਣ ਦੀ, ਕੋਈ ਡਕਾਰ ਲਿਆਉਣ ਦੀ, ਕੋਈ ਖੂਨ ਬਲੱਡ ਦਾ ਦੌਰਾ ਕਰਾਉਣ ਦੀ, ਉਹ ਪਾਉਣ ਕੰਮ ਕਰਦੀ है। ਸੋ ਇਸੇ ਤਰ੍ਹਾਂ ਇਹ ਇੱਕ ਸੰਜੀਵਨੀ ਬੂਟੀ है भी ਉਹ मरे पैरे मूँह विच रगड़ के घोल के पा दे, उरे उठ के बह जाता है। दूजी बूटी है विसल करनी, ये जख्म ते ला दिओ, जख्म झट ही राजी कर दिंदी है। तीजी हैगी है सवरण करनी, उत्थे बूटी जिहड़ा कोई जख्मी है या कोई रोगी है, ਉਹਦੇ ਵਿਗੜੇ ਹੋਏ ਰੰਗ ਨੂੰ ਇਹ ਜਿਹੜੀ ਬੂਟੀ ਤਾਕਤ ਵਿੱਚ ਲਿਆ ਕੇ ਬੜਾ ਸੋਹਣਾ ਸੁੰਦਰ ਕਰ ਦਿੰਦੀ ਹੈ। ਇਹ ਮਨੁੱਖ ਜ਼ਖਮੀ ਫੱਟੜ ਜਾਂ ਰੋਗੀ ਜਿਹਾ ਹੋ ਕੇ ਭੈੜੇ ਜਿਹੇ ਰੰਗ ਵਾਲਾ ਹੋ ਜਾਂਦਾ ਨਾ, ਦੇਖਣ ਨੂੰ ਜੀਅ ਨਹੀਂ ਕਰਦਾ। ਇਹ ਜਿਹੜੀ ਸਵਰਨ ਕਰਨੀ ਬੂਟੀ ਹੈ ਵੀ ਜ਼ਖਮੀ ਜਿੱਥੇ ਜ਼ਖਮੀ ਨੂੰ ਰਾਜੀ ਕਰਦੀ ਹੈ, ਰੋਗੀ ਨੂੰ ਠੀਕ ਕਰਦੀ, ਉੱਥੇ ਵਿਗੜਿਆ ਹੋਇਆ ਰੰਗ ਵੀ ਇਹਦਾ ਸੋਹਣਾ ਬਣਾ ਦਿੰਦੀ ਹੈ। ਜਾਣੀ ਇੰਨੀ ਤਾਕਤਵਰ ਦਾ ਇਹ ਜੜੀ ਬੂਟੀ ਹੈ। ਚੌਥੀ ਹੈ ਇੱਥੇ ਸੰਧਾਨੀ ਬੂਟੀ,
ਜਿਹੜੀ ਛੋਹਣ ਮਾਤਰ ਨਾਲ ਹੀ ਜਾਣੀ ਜ਼ਖਮ ਨੂੰ ਫੱਟ ਨੂੰ ਰਾਜੀ ਕਰਦੀ ਹੈ। ਇੱਕ ਤਾਂ ਨਾ ਉੱਤੇ ਲਾਈਏ ਜੇ ਫੇਰ ਇੱਕ ਹੈ ਵੀ ਮਾੜਾ ਜਿਹਾ ਛਾਓ ਉਸ ਨੂੰ ਬੂਟੀ ਨੂੰ ਉਹਦਾ ਹੀ ਫੱਟ ਮਿਟ ਜਾਂਦਾ ਹੈ। ਵੀ ਇਹਦਾ ਨਾਂ ਹੈ ਸੰਧਾਨੀ ਬੂਟੀ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਵੀ ਇੱਕ ਸੱਲ ਪੱਤਰ ਸੀ, ਵੀ ਕਿੰਨਾ ਮਰਜ਼ੀ ਫੱਟੜ ਹੋਇਆ ਪਿਆ ਹੋਵੇ, ਜ਼ਖਮੀ ਹੋਇਆ ਪਿਆ ਹੋਵੇ, ਤੇ ਸੱਲ ਪੱਤਰ ਜਿਹਾ ਲਾ ਦਿੰਦੇ ਸੀ। ਦਿਨ ਚੜ੍ਹਦੇ ਨੂੰ ਠੀਕ ਠਾਕ ਉਹ ਵੀ ਨਵਾਂ ਨਰੋਆ ਹੋ ਜਾਂਦਾ ਸੀ। ਉਹਨੂੰ ਯਾਨੀ ਸੱਲ ਪੱਤਰ ਕੀ ਹੈ, ਇੱਥੇ ਉਹ ਵਿਸਲ ਕਰਨੀ ਕੀ ਹੈ, ਵੀ ਉਹ ਵੀ ਫੱਟ ਨੂੰ ਜ਼ਖਮ ਨੂੰ ਰਾਜੀ ਕਰਦੀ ਛੇਤੀ। ਤੇ ਗੁਰੂ ਘਰ ਦੇ ਵਿੱਚ ਉਹਦਾ ਨਾਂ ਸੱਲ ਪੱਤਰ ਹੈ। ਵੀ ਉਹ ਜਦੋਂ ਕੋਈ ਫੱਟੜ ਨੂੰ ਲਾਉਂਦੇ ਸੀ, ਦਿਨ ਚੜ੍ਹਦੇ ਨੂੰ ਠੀਕ ਠਾਕ ਹੋ ਜਾਂਦਾ, ਯਾਨੀ ਫੱਟ ਫੁੱਟ ਖਤਮ। ਇਹ ਜੜੀਆਂ ਬੂਟੀਆਂ ਦੇ ਵਿੱਚ ਸ਼ਕਤੀਆਂ ਹਨ। ਜਿਵੇਂ ਹੇਮਕੁੰਡ ਨੂੰ ਜਾਈਏ, ਇੱਕ ਬਿੱਛੂ ਬੂਟੀ ਵੀ ਹੈਗੀ ਹੈ। ਉਹ ਮਾੜੀ ਜਿਹੀ ਕਿਤੇ ਛੋ ਜਾਏ, ਜਿਵੇਂ ਕੰਨ ਖਜੂਰਾ ਲੜਿਆ ਹੁੰਦਾ ਨਾ, ਭਾਦੀ ਬਣਾ ਦਿੰਦੀ। ਤੇ ਜਿਵੇਂ ਬਾਣੀ ਵਿੱਚ ਲਿਖਿਆ, ਬਿਖ ਅੰਮ੍ਰਿਤ ਕਰਤਾਰ ਉਪਾਏ, ਵੀ ਪਰਮੇਸ਼ਰ ਦਾ ਵੀ ਲੀਲਾ ਚਰਜੀ ਹੈ। ਉਹਨੇ ਕਹਿੰਦੇ ਵਿਆਹ ਤੇ ਅੰਮ੍ਰਿਤ ਦੋਵੇਂ ਇਕੱਠੇ ਪੈਦਾ ਕਰਦੇ। ਜਾਣੀ ਉਹ ਬਿੱਛੂ ਬੂਟੀ ਵੀ ਉੱਥੇ ਉਹਦੀ ਜੜ੍ਹਾਂ 'ਚ ਹੀ ਦੂਜੀ ਲੱਗੀ ਹੋਈ ਹੈ। ਜਦੋਂ ਛੋ ਜਾਏ ਤੇ ਉਹਦਾ ਹੀ ਭਾਦੀ ਬਣਦੀ, ਤੜਫਣੀ ਲੱਗਦੀ ਹੈ। ਉਹਦੀ ਜੜ ਵਿੱਚ ਹੀ ਦੂਜੀ ਲਾ ਲੱਗੀ, ਉਹ ਤੁਸੀਂ ਲਾ ਦਿਓ ਉਦੋਂ ਹੀ ਬਸ ਖਤਮ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਜੜੀਆਂ ਬੂਟੀਆਂ ਜਿਸ ਪਹਾੜ ਦੇ ਉੱਪਰ ਹੁੰਦੀਆਂ, ਉਹਦਾ ਨਾਂ ਹੈ ਦਰੋਣਾ ਪਰਬਤ ਜਾਂ ਸਰਵ ਔਖਦ ਪਹਾੜ। ਉਹ ਮਹਾਰਾਜ ਇੱਥੇ ਬਾਣੀ ਵਿੱਚ ਕਹਿ ਰਹੇ ਹੈ, ਕਹਿੰਦੇ ਸਭ ਦਰੋਣ ਗਿਰਵਰ ਸਿਖਰ ਤਰ ਨਾਰਾ। ਵੀ ਦਰੋਣਾ ਪਰਬਤ ਤੋਂ, ਪਹਾੜ ਤੋਂ ਲੈ ਕੇ ਹੋਰ ਜਿੰਨੇ ਪਹਾੜ, ਉਹਨਾਂ ਦੀਆਂ ਸਿਖਰ ਕੀ ਚੋਟੀਆਂ, ਤੇ ਇਸੇ ਤਰ੍ਹਾਂ ਤਰਨਾ ਹੇਠਾਂ ਦਾ ਪਹਾੜਾਂ ਤੋਂ ਹੇਠਾਂ ਜਿੰਨੇ ਵੀ ਕੋਈ ਪੁਰਸ਼ ਹਨ, ਪਹਾੜਾਂ ਦੀਆਂ ਚੋਟੀਆਂ ਤੇ ਰਹਿਣ ਵਾਲੇ ਜਾਂ ਪਹਾੜਾਂ ਦੀਆਂ ਜੜ੍ਹਾਂ ਵਿੱਚ ਰਹਿਣ ਵਾਲੇ ਜਿੰਨੇ ਪੁਰਸ਼ ਹੈ, ਪਾਪ ਕਰਮ ਭਏ ਭਨੋ। ਜਿਹੜਾ ਇਹ ਕਲਯੁਗ ਦਾ ਘੋਰ ਸਮਾਂ ਆ ਗਿਆ, ਭਿਆਨਕ ਕਲਯੁਗ ਆ ਗਿਆ, ਕਹਿੰਦੇ ਸਾਰੇ ਪੁਰਸ਼ ਪਾਪ ਰੂਪ ਕਰਮਾਂ ਵਾਲੇ ਵੀ ਹੋ ਗਏ, ਇਹ ਆਖੇ ਜਾਣਗੇ ਵੀ ਕੋਈ ਇੱਥੇ ਪੁੰਨੀ ਨਹੀਂ ਹੈ, ਸਭ ਪਾਪੀ ਪਾਪੀ ਲਾਣੇ ਹੀ ਹੈ। ਜਾਣੀ ਪਹਾੜਾਂ ਦੀਆਂ ਚੋਟੀਆਂ ਤੋਂ ਲੈ ਕੇ ਹੇਠਾਂ ਤੱਕ ਜਿੱਥੇ ਕਿੱਥੇ ਸਭ ਪਾਸੇ ਪਾਪੀ ਲੋਕ ਹੀ ਹੋ। ਪਰ ਉਹ ਕੀ ਕਹੇ ਜਾਣਗੇ, ਆਖੇ ਜਾਣਗੇ ਵੀ ਇੱਥੇ ਕੋਈ ਪੁੰਨੀ ਹੈ ਨਹੀਂ ਹੈ, ਕੋਈ ਬੰਦਗੀ ਵਾਲਾ ਨਹੀਂ, ਸਭ ਪਾਪੀ ਲਾਣਾ ਹੀ ਹੈ। ਉਠ ਭਾਜ ਧਰਮ ਸਭਰਮ ਹੋਏ। ਇਸੇ ਜਿਹੜਾ ਧਰਮ ਹੈ ਉਹ ਵੀ ਭਰਮ ਸਹਿਤ ਉੱਠ ਕੇ ਭੱਜ ਜਾਏਗਾ। ਵੀ ਭੁਲੇਖਾ ਪੈ ਜੂ ਵੀ ਮੈਂ ਹੁਣ ਕਿੱਥੇ ਰਹਾਂ, ਜਿੱਥੇ ਹੁਣ ਹੈ ਹੀ ਪਾਪੀ ਪਾਪੀ ਤੇ ਪੁੰਨੀ ਕੋਈ ਹੈ ਨਹੀਂ ਹੈ, ਤੇ ਧਰਮ ਫਿਰ ਪੁੰਨੀਆਂ ਕੋਲ ਹੀ ਰਹਿੰਦਾ ਹੈ। ਪਾਪੀਆਂ ਠੱਗੀਆਂ ਮਾਰਨ ਵਾਲਿਆਂ ਕੋਲੇ, ਝੂਠ ਬੋਲਣ ਵਾਲਿਆਂ ਕੋਲੇ ਥੋੜ੍ਹ ਧਰਮ ਖੜਦਾ ਹੈ। ਧਰਮ ਬਥੇਰਾ ਹੁੰਦਾ ਉਹਨਾਂ ਕੋਲ, 420 ਹੁੰਦੀ ਹੈ। ਜਿਹੜਾ ਧਰਮ ਹੈ ਉਹ ਵੀ ਪਰਮ ਸਹਿਤ ਉੱਠ ਕੇ ਭੱਜ ਜਾਏ ਹੋਏਗਾ। ਚਮਕੰਤ ਦਾਮਨ ਸੋ ਮਨੋ। ਹਾਂ, ਸਾਰੇ ਪਾਸੇ ਜਿਹੜਾ ਕੋਈ ਪਾਪ ਹੈ, ਜਿਵੇਂ ਬਿਜਲੀ ਪਾਸ ਚਮਕਦੀ ਹੁੰਦੀ ਹੈ ਨਾ, ਹਰ ਪਾਸੇ ਪਾਪ ਹੀ ਪਾਪ ਬਿਜਲੀ ਵਾਂਗੂ ਚਮਕੇਗਾ। ਕਿਦੋ ਸੂਦਰ ਸੁਭਟ ਸਮਾਜ ਸੰਜਤ। ਜਿਹੜੇ ਸੂਦਰ ਹੈ, ਨੀਚ ਲੋਕ, ਸੂਰਬੀਰ ਹੈ, ਉਹਨਾਂ ਦਾ ਬੜਾ ਭਾਰੀ ਇਕੱਠ ਹੋਵੇਗਾ। ਹਰ ਪਾਸੇ ਨੀਚ ਸੂਰਬੀਰ ਹੀ ਹੋਣਗੇ। ਜੀਤ ਹੈ ਬਸੁਦਾ ਥਲੀ। ਉਹ ਜਿਹੜੇ ਨੀਚ ਸੂਰਬੀਰ ਹੈ, ਭੈੜੇ ਨੇ ਖਿਆਲਾਂ ਵਾਲੇ,
ਸਾਰੀ ਧਰਤੀ ਨੂੰ ਜਿੱਤ ਲੈਣਗੇ। ਕਿਦੋ ਅਤਰ ਛਤਰ ਤਜੇ ਭਜੇ, ਅਸਵਾ ਜਿਹੜੇ ਕੋਈ ਅਤਰ ਨੇ, ਅਸਤਰ ਨੇ, ਤੀਰ ਹੈ, ਚੱਕਰ ਵਗੈਰਾ ਹੈ, ਸਿਰ ਦੇ ਛਤਰ ਹੈ, ਉਹਨਾਂ ਨੂੰ ਛੱਡ ਕੇ ਭੱਜ ਜਾਣਗੇ। ਔਰ ਕਿਰਿਆ ਚੱਲੀ, ਇਸੇ ਤਰ੍ਹਾਂ ਹੋਰ ਤੋਂ ਹੋਰ ਹੀ ਜਿਹੜੀ ਕਿਰਿਆ ਜੀ ਚੱਲ ਪਵੇਗੀ। ਔਰ ਜਿਹੜੀ ਅੱਜ ਦੀ ਕਿਰਿਆ ਹੈ ਖਤਮ, ਹੋਰ ਹੀ ਹੋਰ ਕਿਰਿਆ ਚੱਲ ਪਵੇਗੀ। ਨਿਰਪ ਦੇਸ਼ ਵਿਦੇਸ਼ ਜਹਤ ਹੈ, ਹਾਂ ਜਿਹੜੇ ਰਾਜੇ ਦੇਸਾਂ ਵਿੱਚ ਪ੍ਰਦੇਸਾਂ ਵਿੱਚ ਪਾਪ ਕਰਮ ਸਭੈ ਲਗੇ, ਜਿੱਥੇ ਵੀ ਹੈਗਾ ਉੱਥੇ ਸਾਰੇ ਪਾਪ ਰੂਪ ਕਰਮਾਂ ਦੇ ਵੀ ਲੱਗ ਜਾਣਗੇ, ਪਾਪ ਕਰਨ ਲੱਗ ਪੈਣਗੇ। ਨਰ ਲਾਜ ਛਾੜ ਨਿਲਾਜ ਹੋਏ, ਜਿਹੜੇ ਕੋਈ ਲੋਕ ਕੋਈ ਮਾੜੀ ਮੋਟੀ ਸ਼ਰਮ ਇੱਕ ਦੂਸਰੇ ਦੀ ਰੱਖਦੇ ਹੈ, ਉਹ ਲੱਜਿਆ ਸ਼ਰਮ ਛੱਡ ਕੇ ਸਾਰੇ ਨਿਰਲੱਜ ਹੋ ਜਾਣਗੇ, ਬੇਸ਼ਰਮ ਹੋ ਜਾਣਗੇ। ਫਿਰ ਧਰਮ ਕਰਮ ਸਭੈ ਭਗੇ, ਇਸੇ ਤਰ੍ਹਾਂ ਨਰਲਾਜ ਛਾੜ ਨਿਰਲੱਜ ਹੋਏ ਫਿਰੈ, ਧਰਮ ਕਰਮ ਸਭੈ ਭਗੇ। ਜਿਹੜਾ ਧਰਮ ਦਾ ਕਰਮ ਹੈ ਸਾਰਾ ਹੀ ਭੱਜ ਜਾਏਗਾ, ਨੱਠ ਜਾਏਗਾ, ਧਰਮੀ ਕੋਈ ਨਹੀਂ ਰਹੇਗਾ। ਕਿਦੋ ਸੂਦਰ ਜਹਤ ਹੈ ਸਰਬ ਮਹਿ, ਅਸਾ ਜਿਹੜੇ ਕੋਈ ਨੀਚ ਲੋਕ ਹੈ ਜਿੱਥੇ ਵੀ ਹੈ ਉੱਥੇ ਸਾਰਿਆਂ ਵਿੱਚ ਹੀ ਮਹਾਰਾਜੈ ਪਾਏ ਪਰ ਹਰਖ ਹੈ, ਉਹਨੇ ਵੱਡੀ ਰਾਜੇ ਦੀ ਪਦਵੀ ਨੂੰ ਪਾ ਕੇ ਪ੍ਰਸੰਨ ਹੋਏ ਫਿਰਨਗੇ, ਕੱਛਾਂ ਮਾਰਦੇ ਫਿਰਨਗੇ, ਵੱਡੀਆਂ ਪਦਵੀਆਂ ਪਾ ਕੇ ਸੂਦਰ ਨੀਚ ਲੋਕ। ਕਿਦੋ ਚੋਰ ਛਾੜ ਅਚੋਰ ਕੋ ਗਹਿ, ਅਸਵਾ ਮਹਾਰਾਜ ਕਹਿੰਦੇ ਚੋਰਾਂ ਨੂੰ ਤਾਂ ਛੱਡ ਦੇਣਗੇ, ਜਿਨ੍ਹਾਂ ਨੇ ਚੋਰੀਆਂ ਕੀਤੀਆਂ, ਡਾਕੇ ਮਾਰੇ। ਜਿਨ੍ਹਾਂ ਨੇ ਨਹੀਂ ਚੋਰੀ ਕੀਤੀ ਉਹ ਕੀ ਸਾਧੂ ਭਲੇ ਪੁਰਸ਼ ਭਲਿਆਂ ਪੁਰਸ਼ਾਂ ਨੂੰ ਫੜ ਲਿਆ ਕਰਨਗੇ, ਚੋਰਾਂ ਨੂੰ ਲੈ ਦੇ ਕੇ ਛੱਡ ਦਿਆ ਕਰਨਗੇ। ਸਰਬ ਦਰਬ ਆ ਕਰਖ ਹੈ, ਹਾਂ ਸਾਰਾ ਜਿਹੜਾ ਧਨ ਹੈ ਚੰਗੇ ਲੋਕਾਂ ਤੋਂ ਖੋਹ ਖਿੱਚ ਲੈਣਗੇ। ਤ੍ਰਿਭੰਗੀ ਛੰਦ ਸਭ ਜਗ ਪਾਪੀ, ਕਹੂੰ ਨ ਜਾਪੀ। ਇੱਥੇ ਪਰਮੇਸ਼ਰ ਦਾ ਜਪਣ ਵਾਲਾ ਨਹੀਂ ਹੋਏਗਾ, ਸਾਰਾ ਸੰਸਾਰ ਹੀ ਪਾਪੀ ਹੋ ਜਾਏਗਾ। ਅਥਪਨ ਥਾਪੀ ਦੇਸ਼ ਦਿਸ਼ੰ, ਹਾਂ ਦੇਸਾਂ ਵਿੱਚ, ਦਿਸ਼ਾਵਾਂ ਵਿੱਚ, ਦੇਸ਼ਾਂ ਵਿੱਚ, ਹਰ ਥਾਂ ਵਿੱਚ ਜਿਹੜੀ ਕੋਈ ਨਵੀਂ ਥਾਪਣ ਵਾਲੀ ਚੀਜ਼ ਉਹਦੀ ਸਥਾਪਨਾ ਕਰਨਗੇ। ਜਿਹੜਾ ਕੋਈ ਨਹੀਂ ਯੋਗ ਉਹਨੂੰ ਬਿਠਾਉਣਗੇ, ਉਹਨੂੰ ਥਾਪਣਗੇ। ਜਹ ਤਹ ਮਤ ਵਾਰੇ ਭ੍ਰਮਤ ਪ੍ਰਮਾਰੇ, ਜਿੱਥੇ ਕਿਤੇ ਮਤਵਾਲੇ ਹੋਏ ਭਰਮਾਏ ਹੋਏ ਭਰਮਣਗੇ। ਮਤ ਨਾ ਉਜਿਆਰੇ ਬਾਦ ਰਿਸੰ, ਮਤਨ ਉਜਿਆਰੇ ਬਾਦ ਰਿਸੰ। ਹਾਂਜੀ ਇਸ ਤਰ੍ਹਾਂ ਕਹਿੰਦੇ ਮਤਨ ਉਜਿਆਰੇ, ਜਿਹੜੀ ਅਕਲ ਮੱਤ ਹੈ ਉਹਦੇ ਚਾਨਣ ਵਿੱਚ ਕਹਿੰਦੇ ਬਾਦ ਰਸੋਂ ਬੜਾ ਗੁੱਸਾ ਬੰਨਣਗੇ, ਗੁੱਸਾ ਕਰਨਗੇ। ਬੁੱਧੀ ਦੀ ਰੋਸ਼ਨੀ ਲੈ ਕੇ ਹੁੰਦਾ ਤਾਂ ਨਾ ਵਿਚਾਰ ਨਾਲ ਮਨੁੱਖ ਨੇ ਸ਼ਾਂਤ ਹੋਣਾ, ਗੁੱਸਾ ਛੱਡਣਾ। ਪਰ ਇੱਕ ਹੋਰ ਕਲਯੁਗ ਦੇ ਸਮੇਂ ਵਿੱਚ ਬੁੱਧੀ ਦੇ ਚਾਨਣ ਵਿੱਚ ਬੜਾ ਗੁੱਸਾ ਬੰਨਣਗੇ, ਕ੍ਰੋਧੀ ਹੋਣਗੇ। ਪਾਪਨ ਰਸ ਰਾਤੇ ਦੁਰਮਤ ਮਾਤੇ, ਪਾਪਾਂ ਦੇ ਰਸ ਵਿੱਚ ਰਤੇ ਹੋਣਗੇ, ਖੋਟੀ ਮਤ ਵਿੱਚ ਮਸਤ ਹੋਣਗੇ। ਕੁਮਤਨ ਦਾਤੇ ਮਤ ਨੇਕੰ, ਚੰਗੀ ਮਤ ਨੂੰ ਨਹੀਂ ਖੋਟੀ ਮਤ ਦਾ ਦੇਣ ਵਾਲੇ ਹੋਣਗੇ। ਇਹ ਅਨੇਕਾਂ ਮਤਾਂ ਦੇ ਧਾਰਨੀ ਹੋਣਗੇ। ਜਹ ਤਹ ਉਠ ਧਾਵੈ ਚਿਤ ਲਲਚਾਵੈ, ਜਿੱਥੇ ਜੀ ਕਰਿਆ ਉੱਥੇ ਉੱਠ ਕੇ ਦੌੜ ਪੈਣਗੇ। ਕਿਸ ਤਰ੍ਹਾਂ ਦੇ ਮਾੜੇ ਕੰਮਾਂ ਨੂੰ, ਮਾੜੀ ਕਿਰਿਆ ਨੂੰ ਚਾਹੇਗਾ। ਕਛੂ ਨਾ ਪਾਵੈ ਬਿਨ ਏਕੰ, ਇੱਕ ਪਰਮੇਸ਼ਰ ਤੋਂ ਨਾਮ ਤੋਂ ਬਗੈਰ ਕੁਝ ਨਹੀਂ ਪ੍ਰਾਪਤ ਕਰਨਗੇ, ਭਟਕਦੇ ਹੋਏ ਫਿਰਦੇ ਹੋਏ। ਤਜ ਹਰ ਧਰਮੰ ਗਹਿਤ ਕੁਕਰਮੰ, ਜਿਹੜਾ ਪਰਮੇਸ਼ਰ ਦਾ ਧਰਮ ਹੈ, ਸਰਬ ਧਰਮ ਹੈ, ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਇਹ ਛੱਡ ਦੇਣਗੇ। ਤਾਂ ਜਿਹੜਾ
ਛੱਡ ਹਰ ਤਜ ਹਰ ਧਰਮ ਗਹਿਤ ਕੁਕਰਮ। ਜਿਹੜੇ ਖੋਟੇ ਕੰਮ ਹੈ, ਬੁਰੇ ਕੰਮ ਹੈ, ਉਹਨੂੰ ਗ੍ਰਹਿਣ ਕਰਨਗੇ, ਉਹਨੂੰ ਫੜਨਗੇ। ਬਿਨ ਪ੍ਰਭ ਕਰਮੰ ਸਭ ਭਰਮੰ। ਬਿਨਾ ਪਰਮੇਸ਼ਰ ਤੋਂ ਸਾਰੇ ਕਹਿੰਦੇ ਭਰਮ ਰੂਪ ਕਰਮਾਂ ਵਿੱਚ ਹੀ ਫਿਰਨਗੇ। ਲਾਗਤ ਨਹੀਂ ਤੰਤਰੰ ਫੁਰਤ ਨ ਮੰਤਰੰ। ਕਿਸੇ ਦਾ ਜਿਹੜਾ ਕੋਈ ਤੰਤਰ ਕੀਤਾ ਹੋਇਆ ਨਹੀਂ ਲੱਗੇਗਾ, ਜਿਹੜਾ ਕੋਈ ਮੰਤਰ ਪੜਿਆ ਉਹ ਵੀ ਫੁਰੇਗਾ ਨਹੀਂ, ਉਹ ਵੀ ਕੋਈ ਨਹੀਂ ਕੰਮ ਕਰੇਗਾ। ਚਲਤ ਨ ਜੰਤਰੰ ਬਿਨ ਮਰਮੰ। ਬਿਨਾ ਭੇਦ ਤੋਂ ਕਿਸੇ ਦਾ ਕੋਈ ਜੰਤਰ ਜੰਤਰ ਵੀ ਨਹੀਂ ਚੱਲੇਗਾ। ਜਪ ਹੈ ਨਾ ਦੇਵੀ ਅਲਖ ਅਭੇਵੀ। ਆ ਜਿਹੜੇ ਲਖਣੇ ਤੋਂ ਰਹਿ ਵਾਲੀ ਸ਼ਕਤੀ ਉਹਨੂੰ ਨਹੀਂ ਕੋਈ ਜਪੇਗਾ। ਜੋ ਆਤਮ ਅਜੇਵੀ ਅਜਤ ਹੈ। ਆਦ ਅਜੇਵੀ ਪਰਮ ਜੁਦੀ। ਮਹਾਨ ਜੰਗ ਜੁਦ ਕਰਨ ਵਾਲੀ ਹੈ ਸ਼ਕਤੀ। ਕੁਬੁੱਧਨ ਤਨ ਰਾਚੇ ਕਹਿਤ ਨਾ ਸਾਚੇ। ਹੈ ਖੋਟੀ ਬੁੱਧ ਦੇ ਨਾਲ ਰਚੇ ਹੋਣਗੇ, ਖੋਟੀ ਬੁੱਧ ਦੇ ਵਿੱਚ ਲੀਨ ਹੋਣਗੇ। ਆਪਣੇ ਜ਼ਬਾਨ ਤੋਂ ਬਿਲਕੁਲ ਸੱਚ ਨਹੀਂ ਕਹਿਣਗੇ, ਝੂਠ ਹੀ ਪ੍ਰਧਾਨ ਹੋਵੇਗਾ। ਪ੍ਰਭ ਹੈ ਨਾ ਜਾਚੇ ਤਮਕ ਬੁੱਧੀ। ਹਾਂ ਐਡੀ ਕਹਿੰਦੇ ਤਮਕ ਬੁੱਧੀ ਹੋਏਗੀ, ਗੁੱਸੇ ਖੋਰ ਬੁੱਧੀ ਹੋਏਗੀ, ਪਰਮੇਸ਼ਰ ਤੋਂ ਨਹੀਂ ਮੰਗਣਗੇ। ਹੀਰ ਛੰਦ ਅਪੰਡਤ ਗੁਣ ਮੰਡਤ ਸੁਬੁੱਧਨ ਖੰਡਤ ਦੇਖੀਐ। ਜਿਹੜੇ ਕੋਈ ਨਹੀਂ ਪੰਡਤ ਨਹੀਂ ਵਿਦਵਾਨ, ਜਿਹੜੇ ਮਹਾਮੂਰਖ ਲੋਕ ਹੈ, ਉਹਨਾਂ ਨੂੰ ਗੁਣਾਂ ਦੇ ਨਾਲ ਭੂਸ਼ਿਤ ਕਰਨਗੇ। ਜੋ ਤੇਲੀ ਗੰਗਾ ਸੀ ਨਾ, ਮਹਾਮੂਰਖ ਬੋਲੀ ਉਹ ਵੇਲੋ ਉੱਥੇ ਗੁਣਾ ਵਾਲਾ ਮੰਡ ਲਿਆ ਸੀ, ਵਿਦਵਾਨਾਂ ਦੇ ਵਿੱਚ ਆ ਬਿਠਾਇਆ ਸੀ। ਉਹ ਉਹਨੇ ਸਿਰੇ ਲਾਤੀ ਸੀ। ਉਹ ਜਿਹੜੇ ਪੜ੍ਹੇ ਲਿਖੇ ਉਹਨਾਂ ਨੂੰ ਕੋਈ ਗੱਲ ਨਹੀਂ ਆਈ ਸੀ। ਉਹ ਕਹਿੰਦੇ ਕਲਯੁਗ ਵਿੱਚ ਜਿਹੜੇ ਅਨਪੜ੍ਹ ਹੈ, ਮਹਾਮੂਰਖ ਲਾ ਕੇ ਉਹਨਾਂ ਨੂੰ ਕਹਿੰਦੇ ਗੁਣਾਂ ਨਾਲ ਭੂਸ਼ਿਤ ਕਰ ਰਿਹਾ, ਸਜਾਇਆ ਕਰਨਗੇ ਵੀ ਇਹ ਤਾਂ ਮਹੋਦਯ ਹੈ, ਇਹ ਮਹਾਨ ਮੰਡਲ ਹੈ ਜੀ। ਸੁਬੁੱਧਨ ਖੰਡਤ ਦੇਖੀਏ। ਜਿਹੜੇ ਸ੍ਰੇਸ਼ਟ ਬੁੱਧੀ ਵਾਲੀ ਹੈ ਉਹਨਾਂ ਦਾ ਖੰਡਨ ਕਰਦੇ ਦੇਖੇ ਜਾਣਗੇ। ਉਹਨਾਂ ਦੀ ਹਰ ਇੱਕ ਗੱਲ ਦਾ ਖੰਡਨ ਕਰਨਗੇ ਵੀ ਇਹ ਠੀਕ ਨਹੀਂ ਇਹਨੇ ਕਿਹਾ ਹੈ। ਛਤਰੀ ਬਾਰ ਧਰਮ ਛਾੜ ਅਕਰਮ ਧਰਮ ਲੇਖੀਐ। ਜਿਹੜੇ ਛਤਰੀ ਲੋਕ ਹੈ ਉਹ ਸ੍ਰੇਸ਼ਟ ਧਰਮ ਦਾ ਤਿਆਗ ਕਰਦੇ ਨੇ, ਛੱਡ ਦੇਣਗੇ। ਜਿਹੜਾ ਨਹੀਂ ਕਰਨ ਵਾਲਾ ਕਰਮ ਉਹਨੂੰ ਧਰਮ ਰੂਪ ਕਰਕੇ ਕਰਦੇ ਦੇਖੇ ਜਾਣਗੇ, ਲੇਖੇ ਜਾਣਗੇ, ਦੇਖੇ ਜਾਣਗੇ। ਸਤ ਰਹਿਤ ਪਾਪ ਗ੍ਰਹਿਤ ਕ੍ਰੋਧ ਚਹਿਤ ਜਾਨੀਐ। ਇਸੇ ਤਰ੍ਹਾਂ ਜਿਹੜਾ ਕੋਈ ਸਤ ਰਹਿਤ, ਸੱਚ ਤੋਂ ਰਹਿਤ, ਪਾਪਾਂ ਨੂੰ ਗ੍ਰਹਿਣ ਕਰਨ ਵਾਲੇ, ਕ੍ਰੋਧ ਨੂੰ ਚਾਹੁਣ ਵਾਲੇ ਜਾਣੇ ਜਾਣਗੇ। ਅਧਰਮ ਲੀਨ ਅੰਗ ਛੀਣ ਕ੍ਰੋਧ ਪੀਣ ਮਾਨੀਐ। ਇਸੇ ਤਰ੍ਹਾਂ ਧਰਮ ਦੇ ਪਾਪ ਦੇ ਵਿੱਚ ਲੀਨ ਹੋਣਗੇ, ਅੰਗ ਛੀਣ, ਸਰੀਰ ਕਰਕੇ ਕਮਜ਼ੋਰ ਲਿੱਸੇ ਹੋਣਗੇ, ਕ੍ਰੋਧ ਵਿੱਚ ਬੜੇ ਤਕੜੇ ਅਰਿਸ਼ਟਪੁਰ ਮੰਨੇ ਜਾਣਗੇ, ਬਹੁਤ ਤਕੜੇ ਕ੍ਰੋਧੀ ਹੋਣਗੇ। ਕੁਤਰੀਆਂ ਰਸ ਚਾਹੀ ਗੁਣਨ ਨਾ ਗ੍ਰਾਹੀ ਜਾਨੀਐ। ਜਿਹੜੀਆਂ ਖੋਟੀਆਂ ਤਰੀਮਤਾਂ ਉਹਨਾਂ ਦਾ ਰਸ ਚਾਹੁਣ ਵਾਲੇ, ਗੁਣਾਂ ਨੂੰ ਬਿਲਕੁਲ ਗ੍ਰਹਿਣ ਕਰਨ ਵਾਲੇ ਨਹੀਂ ਹੋਣਗੇ। ਸਤ ਕਰਮ ਛਾੜ ਕੇ ਅਸਤ ਕਰਮ ਮਾਨੀਅਤ। ਗੁਣਾਂ ਨੂੰ ਨਹੀਂ ਗ੍ਰਹਿਣ ਕਰਨ ਵਾਲੇ ਜਾਣੇ ਜਾਣਗੇ। ਜਿਹੜਾ ਸਤ ਕਰਮ ਹੈ, ਸਤਪੁਰ ਤੱਗੀ ਰਹਿਣਾ, ਉਹ ਕਰਮ ਛੱਡ ਕੇ ਅਸਤ ਜਿਹੜਾ ਕਰਮ ਹੈ ਉਹਦੇ ਵਿੱਚ ਨੂੰ ਮੰਨਣਗੇ, ਝੂਠ ਰੂਪ ਕਰਮ ਨੂੰ ਜ਼ਿਆਦਾ ਤਰਜੀਹ ਦੇਣਗੇ। ਰੂਪ ਰਹਿਤ ਜੂਪ ਗ੍ਰਹਿਤ ਪਾਪ ਸਹਿਤ ਦੇਖੀਐ। ਚੰਗੇ ਰਹਿ ਰੂਪ ਤੋਂ ਰਹਿਤ ਹੋਣਗੇ। ਜਿਹੜਾ ਕੋਈ ਜੂਆ ਉਹਨੂੰ ਗ੍ਰਹਿਣ ਵਾਲੇ, ਜੂਆ ਖੇਡਣ ਵਾਲੇ,
ਪਾਪਾਂ ਦੇ ਸਹਿਤ ਹੀ ਦੇਖੇ ਜਾਣਗੇ ਹਰ ਪਾਸੇ। ਅਕਰਮ ਲੀਨ ਧਰਮ ਛੀਨ ਨਾਰ ਅਧੀਨ ਪੇਖੀਐ। ਹਾਂ ਇਸੇ ਤਰ੍ਹਾਂ ਜਿਹੜਾ ਕੋਈ ਅਕਰਮ ਲੀਨ ਮਾੜਾ ਕਰਮ ਉਹਦੇ ਵਿੱਚ ਲੀਨ ਹੋਣਗੇ, ਧਰਮ ਵੱਲੋਂ ਕਸ਼ੀਣ ਕਮਜ਼ੋਰ ਹੋਣਗੇ, ਧਰਮ ਨਾਸ ਹੋ ਗਿਆ ਹੋਏ। ਇਸੇ ਤਰ੍ਹਾਂ ਜਿਹੜੀਆਂ ਨਾਰਾਂ ਉਹਨਾਂ ਦੇ ਅਧੀਨ ਤੱਕੇ ਜਾਣਗੇ, ਵੇਖੇ ਜਾਣਗੇ। ਪਦਿਸ਼ਟ ਕਾ ਛੰਦ ਅਤ ਪਾਪਨ ਤੇ ਜਗ ਛਾਏ ਰਹਿਓ। ਜਦੋਂ ਇਹ ਘੋਰ ਕਲਯੁਗ ਆ ਜਾਏਗਾ ਉਦੋਂ ਬਹੁਤ ਪਾਪਾਂ ਦੇ ਨਾਲ ਸਾਰਾ ਕਹਿੰਦੇ ਛਾ ਰਹੇਗਾ। ਸਾਰਾ ਸੰਸਾਰ ਪਾਪਾਂ ਦਾ ਨਾਲ ਹੀ ਢਕਿਆ ਜਾਏਗਾ। ਕਛ ਬੁੱਧ ਬਲ ਧਰਮ ਨ ਜਾਤ ਕਹਿਓ। ਕਿਸੇ ਥੋੜੇ ਮਾਤਰ ਵੀ ਸੇਠ ਬੁੱਧੀ ਬਲ ਕੋਈ ਧਰਮ ਇਹ ਕਿਸੇ ਪਾਸੇ ਕਿਹਾ ਨਹੀਂ ਜਾਏਗਾ, ਇਹਦਾ ਕੋਈ ਸਾਨੂੰ ਨਾ ਨਹੀਂ ਮਿਲੇਗਾ। ਦਿਸ ਬਦਿਸ਼ਨ ਕੇ ਜੀ ਦੇਖ ਸਬੈ। ਦੇਸਾਂ ਪ੍ਰਦਾਸਾਂ ਦੇ ਸਾਰੇ ਜਿਹੜੇ ਜੀਵ ਇਹੋ ਜਿਹੇ ਦੇਖੇ ਜਾਣਗੇ। ਬਹੁ ਪਾਪ ਕਰਮ ਰਤ ਹੈ ਸੋ ਅਬੈ। ਹਾਂ ਕਹਿੰਦੇ ਸਾਰਿਆਂ ਦੀ ਪਾਪ ਕਰਮ ਵਿੱਚ ਹੀ ਵਿਸ਼ੇਸ਼ ਕਰਕੇ ਹੈ ਪ੍ਰੀਤੀ ਹੋਵੇ, ਪਿਆਰ ਹੋਵੇਗਾ, ਰੱਤੇ ਹੋਣਗੇ। ਪ੍ਰਿਤ ਮਾਨ ਨ ਨਰਕਹੁ ਦੇਖ ਪਰੈ। ਕੋਈ ਵੀ ਪੁਰਸ਼ ਵੀ ਇਹ ਪ੍ਰਿਤਮਾਨ ਹੈ, ਇਹ ਸਾਡੇ ਬਰਾਬਰ ਦਾ ਮਨੁੱਖ ਹੈ, ਕਹਿੰਦੇ ਇਹ ਦੇਖਣ ਵਿੱਚ ਨਹੀਂ ਪਵੇਗਾ ਵੀ ਇਹ ਸਾਡੇ ਸਮਾਨ ਹੀ ਹੈ, ਵੀ ਜਿਹੋ ਜਿਹਾ ਮੈਂ ਇਹੋ ਜਿਹਾ ਹੈ। ਕਹਿੰਦੇ ਇੱਕ ਬਰਾਬਰ ਜਿਹੜਾ ਕੋਈ ਮਨੁੱਖ ਕਿਤੇ ਨਹੀਂ ਦੇਖਿਆ ਜਾਏਗਾ। ਸਾਰੇ ਇੱਕ ਦੂਸਰੇ ਨੂੰ ਕਹਿਣਗੇ ਇਹ ਹੈ ਕੀ ਹੈ, ਇਹ ਤਾਂ ਕੁਛ ਵੀ ਨਹੀਂ ਹੈ, ਮੈਂ ਹੀ ਸਭ ਕੁਛ ਹਾਂ ਜੀ। ਕਛ ਬੁੱਧ ਬਲ ਬਚਨ ਵਿਚਾਰ ਕਰੈ। ਕਛ ਬੁੱਧ ਬਲ ਬਚਨ ਵਿਚਾਰ ਕਰੈ। ਕੋਈ ਕਹਿੰਦੇ ਥੋੜੇ ਮਤ ਬੁੱਧੀ ਦਾ ਬਲ ਕਰਕੇ ਇਸੇ ਤਰ੍ਹਾਂ ਬਚ ਬਾਣੀ ਦਾ ਕੋਈ ਵਿਚਾਰ ਨਹੀਂ ਕਰਨਗੇ। ਨਰ ਨਾਰਨ ਏਕਨ ਨੇਕ ਮਤੰ। ਭਾਵੇਂ ਕੋਈ ਇਸਤਰੀ ਹੋਵੇ ਭਾਵੇਂ ਪੁਰਸ਼ ਹੋਵੇ, ਹਰ ਇੱਕ ਦਾ ਅਨੇਕ ਤਰ੍ਹਾਂ ਦਾ ਮਤ ਹੋਏਗਾ, ਆਪੋ ਆਪਣੀ ਮਨ ਮਰਜ਼ੀ ਦੀ ਮਤ ਹੋਵੇਗੀ। ਨਿਤ ਅਰਥਾ ਅਨਰਥ ਗਨਤ ਗਤੰ। ਹਮੇਸ਼ਾ ਜਿਹੜਾ ਅਰਥ ਕੀਏ ਧਰਮ ਹੈ, ਅਨਰਥ ਕੀਏ ਜ਼ੁਲਮ ਹੈ, ਇਹਦੀ ਵੀ ਜਿਹੜੀ ਗਣਤ ਕੀਏ ਵਿਚਾਰ ਹੈ ਉਹ ਹਮੇਸ਼ਾ ਨਸ਼ਟ ਹੋ ਜਾਏਗੀ। ਕੋਈ ਪਤਾ ਨਹੀਂ ਚੱਲੇ ਵੀ ਧਰਮ ਕੀ ਹੈ, ਜ਼ੁਲਮ ਕੀ ਹੈ। ਹਾਏ ਅਕਲ ਹੀ ਭ੍ਰਿਸ਼ਟ ਹੋ ਜਾਏਗੀ। ਧਰਮ ਤੇ ਜ਼ੁਲਮ ਦਾ ਕੋਈ ਵੱਖਰਾਪਣਾ ਨਹੀਂ ਵਿਚਾਰ ਰਹੇਗੀ, ਸਭ ਨਸ਼ਟ ਹੋ ਜਾਏਗਾ। ਮਾਰਹਿ ਛੰਦ ਹਿਤ ਸੰਗ ਕੁਨਾਰਨ ਅਤ ਵਿਚਾਰਨ। ਹਾਂ ਇਸ ਤਰ੍ਹਾਂ ਜਿਹੜੀਆਂ ਕੁਨਾਰ ਇਸਤਰੀਆਂ ਉਹਨਾਂ ਨਾਲ ਹਿੱਤ ਹੋਏਗਾ ਤੇ ਉਹ ਵੀ ਵਿਚਾਰਨ ਹੋਣਗੀਆਂ। ਜਿਨ ਕੇ ਐਸ ਪ੍ਰਕਾਰ ਇਹਨਾਂ ਦੇ ਇਸ ਤਰ੍ਹਾਂ ਦੇ ਕਹਿੰਦੇ ਢੰਗ ਤਰੀਕੇ ਹੋਣਗੇ। ਵੱਡ ਕੁਲ ਜਦਪ ਉਪਜੀ ਬਹੁ ਛਬ। ਭਾਵੇਂ ਚੰਗੀ ਤਕੜੀ ਕੁਲ ਦੇ ਵਿੱਚ ਕੋਈ ਪੈਦਾ ਹੋਈ ਹੋਵੇਗੀ, ਬੋਲ ਛਵੀ ਸੈਰ ਸੁੰਦਰਤਾ ਸਹਿਤ ਹੋਵੇਗੀ, ਪ੍ਰਸੰਨ ਬਿਗਸੀ ਤਦ ਬਿਗਸੀ ਤੇ ਤਦਪ ਪ੍ਰੇ ਵਿਚਾਰ। ਹਾਂ ਵੀ ਕਹਿੰਦੇ ਵਿਚਾਰ ਪੁਣੇ ਨਾਲ ਉਹਦਾ ਪਿਆਰ ਹੋਵੇਗਾ, ਵਿਚਾਰਨ ਹੋਵੇਗੀ ਉਹ ਤ੍ਰੀਮਤ। ਚਿਤਰਤ ਬਹੁ ਚਿਤਰਨ ਕੁਸਮ ਬਚਿਤਰਨ। ਜਿਵੇਂ ਚਿੱਤਰ ਕੇ ਚਿੱਤਰੀਆਂ ਹੁੰਦੀਆਂ ਬੜੀਆਂ ਸੋਹਣੀਆਂ, ਚਿੱਤਰ ਕੀ ਹੈ ਫੋਟੋਆਂ, ਇਸ ਤਰ੍ਹਾਂ ਜਿਵੇਂ ਵਿਚਿੱਤਰ ਤਰ੍ਹਾਂ ਤਰ੍ਹਾਂ ਦੇ ਕੁਸਮ ਕੀਏ ਫੁੱਲ ਹੁੰਦੇ ਹੈ, ਇਸ ਤਰ੍ਹਾਂ ਦਾ ਭਾਵੇਂ ਅਪਾਰ ਹੀ ਸੁੰਦਰ ਰੂਪ ਬਣ ਗਿਆ ਹੁਣ। ਉਹ ਕਿਦੋ ਦੇਵ ਲੋਕ ਤਜ ਸੁਡਰ ਸੁੰਦਰੀ। ਅਥਵਾ ਕਹਿੰਦੇ ਦੇਵ ਲੋਕ ਨੂੰ ਸਵਰਗ ਲੋਕ ਨੂੰ ਛੱਡ ਕੇ ਸੁਡਰ ਕਹਿੰਦੇ ਹਿੱਸਾ ਢਲ ਕੇ ਹੇਠਾਂ ਉਤਰੀਆਂ ਹੁਣ ਸੁੰਦਰੀਆਂ। ਉਪਜੀ ਵਿਵਧ ਪ੍ਰਕਾਰ। ਇਹ ਤਰ੍ਹਾਂ ਤਰ੍ਹਾਂ ਦੀਆਂ ਇਹੋ ਜਿਹੀਆਂ ਪੈਦਾ ਹੋਈਆਂ ਹੁਣ ਮਾਤ ਲੋਕ ਵਿੱਚ। ਹਿਤ ਅਤ ਦੁਰ ਮਾਨਸ ਕਛੂ ਨ ਜਾਨਸ। ਇੱਧਰ ਜਿਹੜੇ ਕੋਈ ਮਨੁੱਖ ਹੈ, ਭਲਾ ਕੀ ਹੈ ਦੁਰਬੁਰਾ ਕੀ ਹੈ,
ਇਹਨੂੰ ਕੁਝ ਕਰਕੇ ਨਹੀਂ ਜਾਣਨਗੇ ਵੀ ਭਲਾ ਕੀ ਹੈ ਮਾੜਾ ਕੀ ਹੈ। ਨਰ ਹਰ ਅਰ ਬਟ ਪਾਰ, ਜਿੰਨੇ ਮਨੁੱਖ ਹੈ ਕਹਿੰਦੇ ਹਰ ਬਟ ਪਾਰ, ਇੱਕ ਦੂਸਰੇ ਦੇ ਬੈਰੀ ਤੇ ਰਾਹ ਮਾਰ, ਤੇ ਮਨੁੱਖਾਂ ਨੂੰ ਹਰਨ ਵਾਲੇ, ਖੋਹਣ ਵਾਲੇ, ਨਾਸ਼ ਕਰਨ ਵਾਲੇ ਹੋਣਗੇ। ਇੱਕ ਦੂਸਰੇ ਦੇ ਬੈਰੀ ਜਾਂ ਬਟਵਾਰ ਰਾਹ ਮਾਰ, ਜਾਂ ਨਰਹਰ ਲੁੱਟਣ ਵਾਲੇ। ਕਛ ਸ਼ਾਸਤਰ ਨਾ ਮਾਨਤ, ਸਿਮਰਤ ਨਾ ਜਾਣਤ। ਕਿਸੇ ਸ਼ਾਸਤਰ ਨੂੰ ਨਹੀਂ ਮੰਨਣਗੇ, ਕਿਸੇ ਸਿਮਰਤੀ ਨੂੰ ਨਹੀਂ ਜਾਣਨਗੇ। ਬੋਲਤ ਕੁਬਿਦ ਪ੍ਰਕਾਰ, ਬੋਲਣਾ ਹੋਊਗਾ ਹੋਰ ਹੀ ਖੋਟੀ ਤਰ੍ਹਾਂ ਦੇ ਢੰਗ ਦਾ ਹੋਊਗਾ। ਕੁਛ ਟਿਤ ਤੇ ਅੰਗਨ, ਗਲਤ ਕੁਰੰਗਨ। ਇਹੋ ਜਿਹਾ ਕਹਿੰਦੇ ਉਹਨਾਂ ਦਾ ਸਰੀਰ ਹੋਏ ਕਲਯੁਗ ਦੇ ਪਾਪੀ ਲੋਕਾਂ ਦਾ ਸਾਰਾ ਸਰੀਰ ਕੁੱਟ ਦੇ ਨਾਲ ਗਲਿਆ ਹੋਊਗਾ, ਖੋਟਾ ਜਿਹਾ ਰੰਗ ਬੁਰਾ ਜਿਹਾ ਹੋਊਗਾ। ਅਲਪ ਅਜੋਗ ਅਛੱਜ, ਅਲਪ ਬਹੁਤ ਨਿਕੰਮਾ ਜਾਂ ਛੋਟਾ ਜਿਹਾ, ਯੋਗਤਾ ਤੋਂ ਰਹਿ ਸੱਚ ਬਜ ਸਜਾਵਟ ਤੋਂ ਰਹਿਤ। ਕਿਤੋਂ ਨਰਕ ਛੋਰ ਅਵਤਰੇ ਮਹਾਪਸ। ਆਸਵਾ ਜਿਹੜੇ ਬਹੁਤ ਵੱਡੇ ਪਸ਼ੂ ਨੇ ਉਹ ਨਰਕ ਨੂੰ ਛੱਡ ਕੇ ਹੇਠਾਂ ਧਰਤੀ ਤੇ ਆਏ ਨੇ, ਪੈਦਾ ਹੋਏ ਨੇ। ਦੌਲਤ ਪ੍ਰਿਥੀ ਨਿਲੱਜ, ਧਰਤੀ ਤੇ ਉੱਪਰ ਹੈ ਬੇਸ਼ਰਮ ਹੋ ਕੇ ਨਿਰਲਜ ਹੋ ਕੇ ਫਿਰਨਗੇ ਲੋਕ। ਦੋਹਰਾ ਸ਼ੰਕਰ ਬਰਨ ਪ੍ਰਜਾਪਈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਦੋਂ ਕਲਯੁਗ ਦਾ ਘੋਰ ਸਮਾਂ ਆ ਗਿਆ, ਜਿੰਨੀ ਇਹ ਪਰਜਾ, ਜਿੰਨੀ ਦੁਨੀਆ ਇਹ ਸਾਰੀ ਸ਼ੰਕਰ ਵਰਨੀ ਹੋ ਜੂ, ਕਿਸੇ ਦੀ ਜਾਤ ਪਾਤ ਬਰਾਦਰੀ ਨਹੀਂ ਰਹੂ, ਸਾਰੇ ਬੇਰੜੇ ਪੈਦਾ ਹੋ ਜਾਣਗੇ। ਇੱਕ ਬ੍ਰਾਨ ਰਹਾ ਨ ਕੋ, ਕਿਸੇ ਦਾ ਇੱਕ ਵਰਨ ਨਹੀਂ ਰਹੇਗਾ। ਸਕਲ ਸੂਦਰਤਾ ਪ੍ਰਾਪਤ ਭੇ। ਸਾਰੇ ਨੀਚਤਾਈ ਨੂੰ ਕਹਿੰਦੇ ਪ੍ਰਾਪਤ ਹੋ ਜਾਣਗੇ, ਨੀਚ ਹੀ ਬਣ ਜਾਣਗੇ। ਦੈਵ ਕਰੈ ਸੋ ਹੋ, ਉਹ ਤਾਂ ਹੁਣ ਜਿਵੇਂ ਤੇ ਪ੍ਰਮਾਤਮਾ ਕਰੇਗਾ ਉਸੇ ਤਰ੍ਹਾਂ ਹੋਏਗਾ। ਦੋਹਰਾ ਸ਼ੰਕਰ ਬਰਨ ਪ੍ਰਜਾਪਈ। ਮਹਾਰਾਜ ਕਹਿੰਦੇ ਹੋ ਘੋਰ ਕਲਯੁਗ ਦੇ ਸਮੇਂ ਕਰਕੇ ਜਿੰਨੀ ਪਰਜਾ ਸਾਰੀ ਵਰਨ ਸ਼ੰਕਰ ਹੋ ਜਾਏਗੀ, ਕਿਸੇ ਦਾ ਕੋਈ ਦੀਨ ਮਾਨ ਨਹੀਂ ਰਹੇਗਾ। ਧਰਮ ਨ ਕਤਹੁ ਰਹਾਨ, ਹਾਂ ਜਿਹੜਾ ਧਰਮ ਹੈ ਧਰਤੀ ਤੇ ਕਿਤੇ ਨਹੀਂ ਰਹੇਗਾ। ਧਰਮ ਹੈ ਪਾਪ, ਧਰਮ ਹੈ ਕਿ ਧਰਮ ਨ ਕਤਹੁ ਰਹਾਨ। ਇੱਥੇ ਠੀਕ, ਇੱਥੇ ਗਲਤ ਹੈ ਮੇਰੇ ਕੋਲ, ਧਰਮ ਨ ਕਤਹੁ। ਧਰਮ ਨਾ ਕਤੂ ਰਹਾਨ, ਜਿਹੜਾ ਕੋਈ ਧਰਮ ਹੈ ਪੁੰਨ ਰੂਪ ਪੁੰਨ ਹੈ, ਸਰਵ ਧਰਮ ਹੈ ਸੇਠ ਧਰਮ, ਹਰ ਕੋ ਨਾਮ ਜਬ ਨਿਰਮਲ ਕਰਮ, ਸਭ ਕਲ ਉਦਰੀ ਇੱਕ ਨਾਮ ਧਰੇ ਕਿਤੇ ਨਹੀਂ ਰਹੇਗਾ। ਪਾਪ ਪ੍ਰਚੁਰ ਰਾਜਾ ਭਏ, ਜਿੰਨੇ ਦੁਨੀਆ ਦੇ ਰਾਜੇ ਪਾਪਾਂ ਦਾ ਪ੍ਰਚਾਰ ਕਰਨ ਵਾਲੇ ਹੋ ਜਾਣਗੇ। ਭਈ ਧਰਮ ਕੀ ਹਾਨ, ਜਿਹੜੀ ਧਰਮ ਹੈ, ਜਿਹੜਾ ਧਰਮ ਉਹਦੀ ਤਾਂ ਬਿਲਕੁਲ ਹਾਨੀ ਹੋਊਗੀ, ਧਰਮ ਤਾਂ ਬਿਲਕੁਲ ਨਾਸ਼ ਹੋ ਜਾਏਗਾ। ਧਰਮ ਦਾ ਬੋਲ ਬਾਲਾ, ਧਰਮ ਦੀ ਗੱਲ ਕਿਤੇ ਨਹੀਂ ਹੋਵੇਗੀ। ਇਸ ਤਰ੍ਹਾਂ ਦਾ ਇਹ ਘੋਰ ਕਲਯੁਗ ਦੇ ਸਮੇਂ ਇਹ ਜਿਹੜਾ ਲੋਕਾਂ ਦਾ ਬੁਰਾ ਹਾਲ ਹੋ ਜਾਏਗਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਵਿੱਤਰ ਪੁਰਾਣ ਦੇ ਵਿੱਚੋਂ ਵਿਆਸ ਜੀ ਦੇ ਲਿਖੇ ਹੋਏ ਜਿਹੜੇ ਸ਼ਲੋਕ ਆ ਉਹਨਾਂ ਦਾ ਲੱਥਾ ਕਰਦਿਆਂ ਹੋਇਆਂ ਇਹ ਆਪਣੇ ਕੁਝ ਮੁਖਾਰਬਿੰਦ ਤੋਂ ਸਿੰਘਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਬਿਆਨ ਕਰ ਦਿੱਤਾ ਹੈ। ਉਹ ਆਪਾਂ ਪੜ੍ਹਿਆ ਅੱਜ, ਅੱਗੇ ਜਿਵੇਂ ਇਹ ਪ੍ਰਸੰਗ ਆਏਗਾ ਉਹ ਕੱਲ੍ਹ ਦੇ ਦੀਵਾਨ ਵਿੱਚ ਪੜ੍ਹਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਸ਼ੰਕਰ ਬ੍ਰਨ ਪ੍ਰਜਾਪਈ, ਧਰਮ ਨ ਕਤਹੁ ਰਹਾਨ, ਪਾਪ ਪ੍ਰਚੁਰ ਰਾਜਾ ਭਏ, ਭਈ ਧਰਮ ਕੀ ਹਾਨ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਏ ਆਚਿਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਰ, ਹੈ ਪੂਰਨ ਹੈ ਦੁਖ ਭੰਜਨ ਗੁਣਤਾ, हे संगी हे निरंकार, हे निर्गुण सब टेक, हे गोविंद हे गुण निधान, जंके सदा विवेक, हे अपरंपर हर हरे, है पी हो बनहार, हे संतान कै सदा संग निजारा आधार, हे ठाकुर हाँ दासरो, मैं निर्गुण गुण नहीं कोय, नानक दीजै नाम दान, राखो हियै परोय। आए प्रभु शरणागति, कृपा निध दयाल, एक अखर हर मन वसत, नानक होत निहाल। वाहिगुरु नाम जिहाजे है, चढ़े सो तरे पार, जो सरदा कर सेवंदे, गुरु पारे उतारन हार, जो सरदा कर सेवंदे।